ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰੋ ਮਹੱਲਾ ਤੀਜਾ। ਮਾਰੋ ਰਾਗ ਹੈ ਧੰਨ ਧੰਨ ਸਾਹਿਬ ਸਤਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਗ ਹਨ 1059 ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਵਚਨ ਹਨ। ਹੁਕਮ ਕਰਦੇ ਹਨ, ਆ ਜਿਹੜੀ ਦੁਨੀਆ ਬਣੀ ਹੈ, ਸੰਸਾਰ ਬਣਿਆ ਹੈ, ਇਹ ਸਾਰੀ ਦੁਨੀਆ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਬਣੀ ਹੋਈ ਹੈ। ਇਹਨੂੰ ਹੋਰ ਕੋਈ ਨਹੀਂ ਬਣਾਉਣ ਵਾਲਾ। ਆਪੇ ਸ੍ਰਿਸ਼ਟ ਹੁਕਮ ਸਭ ਸਾਜੀ। ਵਾਹਿਗੁਰੂ ਜੀ ਨੇ ਆਪ ਹੀ ਹੁਕਮ ਕਰਕੇ ਇਹ ਸਾਰੀ ਸ੍ਰਿਸ਼ਟੀ, ਇਹ ਦੁਨੀਆ, ਇਹ ਸੰਸਾਰ, ਇਹ ਜੋ ਰਚਨਾ ਹੈ ਮਾਲਕ ਨੇ, ਵਾਹਿਗੁਰੂ ਜੀ ਨੇ ਆਪ ਹੀ ਬਣਾਈ ਹੈ। ਸਭ ਦੇ ਮਾਲਕ ਉਹ ਆਪ ਹਨ। ਆਪੇ ਥਾਪ ਉਹ ਥਾਪ ਨਿਵਾਜੀ। ਹਰ ਇੱਕ ਨੂੰ ਆਪ ਹੀ ਥਾਪਿਆ ਹੋਇਆ ਹੈ। ਬਾਲ ਬੱਚੇ ਦਿੱਤੇ ਹੋਏ ਹਨ, ਘਰ ਪਰਿਵਾਰ, ਜ਼ਿੰਦਗੀਆਂ ਵੀ ਸਭ ਨੂੰ ਆਪੋ ਆਪਣੀਆਂ ਦੇ ਦਿੱਤੀਆਂ ਹਨ। ਜਾਓ ਚੰਗੇ ਕਰਮ ਕਰੋ। ਭੈ ਵਿੱਚ ਰਵੋ। ਸੂਰਜ ਵੱਲ ਤੱਕ ਲੈਣਾ, ਹਵਾ ਵੱਲ ਤੱਕ ਲੈਣਾ, ਪਾਣੀ ਵੱਲ ਤੱਕ ਲੈਣਾ। ਜਿਵੇਂ ਆਸਾ ਜੀ ਦੀ ਵਾਰ ਵਿੱਚ ਰੋਜ਼ ਸਮਝਾਉਂਦੇ ਹਨ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਗੁਰਬਾਣੀ ਵਿੱਚ ਸਮਝਾਇਆ ਹੈ, ਇਹਨਾਂ ਵੱਲ ਤੱਕ ਕੇ ਹੀ ਇਹ ਬੰਦੇ, ਐਡੀਆਂ ਐਡੀਆਂ ਹਸਤੀਆਂ ਜਿਹੜੀਆਂ ਹਨ, ਮਾਲਿਕ ਨੇ ਉਹਨਾਂ ਦੇ ਵਿੱਚ ਭੈ ਰੱਖ ਦਿੱਤਾ ਹੈ, ਡਰ ਰੱਖ ਦਿੱਤਾ ਹੈ। ਤੇਰੇ ਮਨ ਵਿੱਚ ਡਰ ਕਿਉਂ ਨਹੀਂ ਰਿਹਾ? ਸੂਰਜ ਵੱਲ ਤੱਕੋ, ਵੱਡੇ ਵੱਡੇ ਸਮੁੰਦਰਾਂ ਵੱਲ ਤੱਕੋ, ਸਾਗਰਾਂ ਵੱਲ ਤੱਕੋ, ਅਗਨ ਵੱਲ, ਅੱਗ ਵੱਲ ਤੱਕੋ। ਇਹ ਜੋ ਕੁਝ ਵੀ ਮਾਲਿਕ ਨੇ ਬਣਾਇਆ ਹੈ, ਸਭ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੈ, ਅਕਾਲ ਪੁਰਖ ਪਰਮੇਸ਼ਰ ਜੀ ਦੇ ਹੁਕਮ ਦੇ ਵਿੱਚ ਹੈ। ਇਹਨਾਂ ਨੂੰ ਥਾਪਣ ਵਾਲੇ ਵਾਹਿਗੁਰੂ ਜੀ ਹਨ ਅਤੇ ਇਹਨਾਂ ਦਾ ਅੰਤ ਵੀ ਕਰਨ ਵਾਲੇ, ਇਹਨਾਂ ਦਾ ਨਾਸ ਵੀ ਕਰਨ ਵਾਲੇ, ਥਾਪਣ ਵਾਲੇ ਵੀ, ਉਹ ਥਾਪਣ ਵਾਲੇ ਵੀ ਉਹ ਆਪ ਹਨ। ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਹੋਰ ਕੋਈ ਕੁਝ ਨਹੀਂ ਕਰ ਸਕਦਾ। ਨਿਵਾਜਦੇ ਵੀ ਆਪ ਹਨ, ਮਿਹਰ ਵੀ ਆਪ ਹੀ ਕਰ ਦਿੰਦੇ ਹਨ। ਆਪੇ ਥਾਪ ਉਹ ਥਾਪ ਨਿਵਾਜੀ। ਇਹ ਦੁਨੀਆ ਮਾਲਿਕ ਨੇ ਆਪ ਹੀ ਸਾਜੀ ਹੈ, ਆਪ ਹੀ ਰਚੀ ਹੈ, ਆਪ ਹੀ ਨਿਵਾਜੀ ਹੈ। ਦੁਨੀਆ ਤੇ ਕੋਈ ਕਿਸੇ ਨਾਲ ਨਿਆਂ ਕਰੇ ਤੇ ਭਾਵੇਂ
ਈਮਾਨ ਹੋ ਕੇ ਆਪਣੇ ਧਰਮ ਨੂੰ ਭੁੱਲ ਕੇ ਨਿਆਂ ਨਾ ਕਰੇ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਨਿਆਂ ਕਰ ਦਿੰਦੇ ਹਨ। ਸਰਵਣ ਕਰੋ। ਆਪੇ ਨਿਆਂ ਕਰੇ ਸਭ ਸਾਚਾ, ਆਪੇ ਨਿਆਂ ਕਰੇ ਸਭ ਸਾਚਾ, ਬੰਦਾ ਭਾਵੇਂ ਨਿਆਂ ਪੂਰਾ ਕਰੇ ਤੇ ਭਾਵੇਂ ਨਾ ਕਰੇ, ਅਸਲ ਪੂਰਾ ਨਿਆਂ ਵਾਹਿਗੁਰੂ ਕਰ ਦਿੰਦੇ ਹਨ। ਪੂਰਾ ਨਿਆਂ ਕਰੇ ਕਰਤਾਰ, ਆਪੇ ਨਿਆਂ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏਂਦਾ। ਜੇ ਸੱਚ ਨਾਲ ਜੁੜ ਜਾਈਏ, ਸੱਚ ਬੋਲੀਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਸੱਚੀ ਸੱਚੀ ਜ਼ਿੰਦਗੀ ਬਤੀਤ ਕਰੀਏ। ਇਹ ਜੋ ਮਾਨਸ ਜਨਮ ਮਿਲਿਆ ਹੈ, ਸੱਚੇ ਰਾਹ ਚੱਲ ਕੇ ਝੂਠ ਨੂੰ ਛੱਡ ਕੇ ਕਿਉਂਕਿ ਝੂਠ ਵਾਲਾ ਮਨ ਕਦੀ ਵੀ ਮਾਲਕ ਦੇ ਚਰਨਾਂ ਦੇ ਨਾਲ ਨਹੀਂ ਜੁੜ ਸਕਦਾ। ਦੁਨੀਆ ਦਾ ਮਨ ਗੁਮਾਨ ਕਰਦਾ ਹੈ, ਗੁਰਬਾਣੀ ਨੂੰ ਸੁਣਦਾ ਨਹੀਂ। ਝੂਠ 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 ਦੁਨੀ ਗੁਮਾਨ, ਦੁਨੀਆ ਦਾ ਕਾਹਦਾ ਗੁਮਾਨ ਹੈ। ਅੱਜ ਇਸ ਦੁਨੀਆ ਵਿੱਚ ਕੋਈ ਨਜ਼ਰ ਆ ਰਿਹਾ ਹੈ, ਕੱਲ ਕੋਈ ਹੋਵੇਗਾ, ਅੱਗੋਂ ਕੋਈ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਅਰਦਾਸ ਉਸ ਵਾਹਿਗੁਰੂ ਜੀ ਅੱਗੇ ਕਰਨੀ ਚਾਹੀਦੀ ਹੈ। ਅਕਾਲ ਪੁਰਖ ਜੀ ਅੱਗੇ, ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਮਿਲਾ ਲਵੋ। ਇਹ ਦੁਨੀਆ ਦੀ ਕਸ਼ਿਸ਼, ਦੁਨੀਆ ਦੀਆਂ ਚੀਜ਼ਾਂ, ਦੁਨੀਆ ਦੇ ਸੁੱਖ ਆਪਣੇ ਵੱਲ ਖਿੱਚਦੇ ਹਨ। ਵਾਹਿਗੁਰੂ ਜੀ, ਜਿਸ ਕਰਕੇ ਅਸੀਂ ਭੁੱਲ ਗਏ ਹਾਂ ਸਾਡਾ ਘਰ ਕਿਹੜਾ ਹੈ। ਇੱਕ ਦਿਨ ਉਹ ਘਰ ਯਾਦ ਆਉਂਦਾ ਹੈ ਜਦੋਂ ਕਿਸੇ ਨੂੰ ਛੱਡ ਕੇ ਆਈਦਾ ਹੈ। ਉਦੋਂ ਹਰ ਬੰਦਾ, ਹਰ ਮਨ ਕਹਿੰਦਾ ਹੈ ਕੁਝ ਨਹੀਂ ਦੁਨੀਆ ਤੇ, ਖਾਲੀ ਹੱਥ ਆਏ ਹਾਂ, ਖਾਲੀ ਜਾਣਾ ਹੈ। ਉਦੋਂ ਗੁਰਬਾਣੀ ਵੀ ਸੁਣਾਉਂਦਾ ਹੈ, ਨਾਂਗੇ ਆਵਨ ਨਾਂਗੇ ਜਾਣਾ, ਪਰ ਖਾਲੀ ਸੁਣਾਉਂਦਾ ਹੈ, ਅਮਲ ਨਹੀਂ ਕਰਦਾ। ਗੁਰਬਾਣੀ ਦਾ ਭੇਦ ਨਹੀਂ ਬੁੱਝਦਾ, ਹੁਕਮ ਹਨ ਪੜ੍ਹਿਆ ਨਾਹੀਂ, ਭੇਦ ਬੁੱਝਿਆ ਪਾਵਣਾ। ਸਾਰੇ ਨਿਆਂ ਵਾਹਿਗੁਰੂ ਫਿਰ ਆਪ ਹੀ ਕਰ ਦਿੰਦੇ ਹਨ। ਜੇ ਅਰਦਾਸ ਬੇਨਤੀ ਕਰਦੇ ਰਹੀਏ ਇਸ ਮਾਨਸ ਜਨਮ ਦੇ ਵਿੱਚ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਫਿਰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦੇ ਹਨ। ਆਪੇ ਨਿਆਂ ਕਰੇ ਸਭ ਸਾਚਾ,
ਸਾਚੇ ਸਾਚ ਮਿਲਾਇਂਦਾ। ਫਿਰ ਆਪਣੇ ਚਰਨਾਂ ਨਾਲ ਵਾਹਿਗੁਰੂ ਜੀ ਜੋੜੀ ਰੱਖਦੇ ਹਨ। ਸੱਚੀ ਸੱਚੀ ਜ਼ਿੰਦਗੀ ਫਿਰ ਬੰਦਾ ਬਤੀਤ ਕਰਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ, ਗੁਰੂ ਦੀ ਆਗਿਆ ਦੇ ਵਿੱਚ ਰਹਿ ਕੇ, ਗੁਰੂ ਦੀ ਮੱਤ ਲੈ ਕੇ। ਜਿਵੇਂ ਮਾਂ ਮੱਤ ਦਿੰਦੀ ਹੈ ਬੱਚਿਆਂ ਨੂੰ, ਤਿਵੇਂ ਗੁਰੂ ਦੀ ਮੱਤ ਲੈ ਕੇ ਫਿਰ ਜਿਹੜੇ 4 ਦਿਨ ਜ਼ਿੰਦਗੀ ਦੇ ਹਨ ਸੋਹਣੇ ਲੰਘ ਜਾਂਦੇ ਹਨ। ਕਾਇਆ ਕੋਟ ਹੈ ਆਕਾਰਾ। ਇਹ ਜਿਹੜੀ ਦੇਹ ਹੈ, ਮਨੁੱਖਾ ਜਨਮ, ਮਾਨਸ ਜਨਮ, ਇਹ ਜਿਹੜੀ ਹਿਊਮਨ ਬੋਡੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੁਕਮ ਕਰਦੇ ਹਨ, ਇਹ ਇੱਕ ਕੈਸਲ ਹੈ, ਕਿਲਾ ਹੈ। ਇਹ ਜਿਹੜਾ ਆਕਾਰ ਹੈ ਸਰੀਰ ਦਾ, ਇਹ ਇੱਕ ਵਾਹਿਗੁਰੂ ਜੀ ਦਾ ਦਿਸਦਾ ਸੱਚਾ ਸਰੂਪ ਹੈ, ਪਰ ਝੂਠ ਦੇ ਮਗਰ ਲੱਗ ਕੇ ਇਹ ਮਨ ਸਾਰਾ ਅਗਲੀ ਕਰ ਬਹਿੰਦਾ ਹੈ, ਸਾਰੀ ਸੂਰਤ ਗਵਾ ਦਿੰਦਾ ਹੈ, ਗੁਰੂ ਦਾ ਬਚਨ ਨਹੀਂ ਮੰਨਦਾ। ਇਹ ਕਾਇਆ ਮੰਦਰ ਹੈ, ਮੰਦਰ। ਇਸ ਮੰਦਰ ਵਿੱਚ ਵਾਹਿਗੁਰੂ ਜੀ ਆਪ ਵਸ ਰਹੇ ਹਨ। ਤਾਈਓਂ ਤੇ ਸਵਾਸ ਆ ਰਹੇ ਹਨ ਧੁਰ ਦਰਗਾਹ ਤੋਂ। ਸਤਿਗੁਰੂ ਜੀ ਫਰਮਾਉਂਦੇ ਹਨ, ਇਸ ਮਨ ਮੰਦਰ ਦੀ ਸਫਾਈ ਰੱਖੋ ਅੰਦਰੋਂ। ਜਿਵੇਂ ਗੁਰੂ ਘਰਾਂ ਵਿੱਚ, ਮੰਦਰਾਂ ਵਿੱਚ ਕਿੰਨੀ ਪਵਿੱਤਰਤਾ ਰੱਖਦੇ ਹਾਂ, ਤਿਵੇਂ ਇਸ ਮਨ ਮੰਦਰ ਦੇ ਵਿੱਚ ਵੀ ਪਵਿੱਤਰਤਾ ਰੱਖਣੀ ਬਣਦੀ ਹੈ, ਤਾਂ ਜਾ ਕੇ ਕਿਤੇ ਮਾਲਿਕ ਦੇ ਦਰਸ਼ਨ ਹੁੰਦੇ ਹਨ, ਤਾਂ ਖੁਸ਼ੀਆਂ ਮਿਲਦੀਆਂ ਹਨ। ਬਾਹਰ ਧੋਏ ਬਾਹਰੋਂ ਤੇ ਬੰਦਾ ਧੋਂਦਾ ਹੈ, ਅੰਤਰ ਮਨ ਮੈਲਾ। ਪਰ ਮਨ ਅੰਦਰੋਂ ਮੈਲਾ ਹੋਣ ਕਰਕੇ ਦੋਏ ਠੌਰ ਆਪਣੇ ਖੋਏ। ਇੱਥੇ ਵੀ ਕੋਈ ਆਸਰਾ ਨਾ ਰਿਹਾ, ਦਰਗਾਹ ਦੇ ਵਿੱਚ ਵੀ ਕੋਈ ਆਸਰਾ ਨਾ ਰਿਹਾ। ਦੋਵੇਂ ਥਾਂ ਆਪਣੇ ਖੋਹ ਲੈ, ਗਵਾ ਲੈ। ਨਾ ਇੱਥੇ ਢੋਈ, ਨਾ ਦਰਗਾਹ ਦੇ ਵਿੱਚ ਢੋਈ। ਨਾ ਜ਼ਿੰਦਗੀ ਜਿਉਂਦਿਆਂ ਕੋਈ ਸੁੱਖ ਮਿਲਿਆ, ਨਾ ਜਾਣ ਤੋਂ ਬਾਅਦ ਵਿੱਚ ਕੋਈ ਸੁੱਖ ਮਿਲਿਆ, ਕਿਉਂਕਿ ਹੁਕਮ ਨਹੀਂ ਮੰਨਿਆ, ਸੱਚ ਤੇ ਨਹੀਂ ਚੱਲਿਆ, ਗੁਰੂ ਦਾ ਬਚਨ ਨਹੀਂ ਮੰਨਿਆ, ਨਾ ਕਦੀ ਰਸਨਾ ਦੇ ਨਾਲ ਆਖਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੇ ਹੁਕਮ ਕੀਤਾ ਸੀ, ਬੋਲੋ ਸੱਚ ਨਾਮ ਕਰਤਾਰ। ਅੱਜ ਵੀ ਫਰਮਾ ਰਹੇ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਬੋਲੋ ਸੱਚ ਨਾਮ ਕਰਤਾਰ। ਕਰਤਾਰ ਦਾ ਨਾਮ ਜੋ ਸੱਚ ਹੈ, ਉਹ ਬੋਲਣਾ ਵੀ ਕਰੋ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰੋ। ਸੱਚ ਦੇ ਲੜ ਲੱਗ ਜਾਓ। ਜੋ ਕੰਮ ਹੋਵੇ ਸੱਚਾ ਹੋਵੇ, ਜੋ ਬੋਲ ਹੋਣ ਸੱਚੇ ਹੋਣ, ਜੋ ਇਹ ਦੇਹ ਕਰੇ ਉਹ ਸੱਚ ਕਰੇ। ਮਨ ਬਚ ਕਰਮ ਜੇ ਤੁਧ ਆਰਾਧੇ ਸੇ ਸਭੇ ਫਲ ਪਾਵੇ। ਜਿਉ ਜਿਹਾ ਮਨ ਹੋਵੇ ਉਹ ਜਿਹਾ ਕਰਮ ਹੋਵੇ, ਜਿਉ ਜਿਹਾ ਕਰਮ ਹੋਵੇ ਉਹ ਜਿਹਾ ਮਨ ਹੋਵੇ। ਜਿਉ ਜਿਹਾ ਬਚਨ ਮੂੰਹ ਤੋਂ ਨਿਕਲੇ, ਇਹ ਤਿੰਨਾਂ ਦਾ ਜੋੜ ਹੋਵੇ, ਮਨ ਦਾ, ਬਚਨ ਦਾ, ਆ ਜਿਹੜੀ ਸਪੀਕ ਹੈ, ਬੋਲ ਜਿਹੜਾ ਹੈ, ਬੋਲੀਏ ਸੱਚ
ਧਰਮ ਝੂਠ ਨਾ ਬੋਲੀਏ। ਤੇ ਕਰਮ ਜਿਹੜਾ ਹੈ, ਕਰਮੀ ਆਪੋ ਆਪਣੀ। ਇਹ ਤਿੰਨਾਂ ਦਾ ਜੋੜ ਸੱਚਾ ਚਾਹੀਦਾ ਹੈ, ਇਕਵਲ ਚਾਹੀਦਾ ਹੈ। ਨਹੀਂ ਤਾਂ ਫਿਰ ਨਿਆਂ ਮਾਲਕ ਆਪ ਹੀ ਕਰ ਦਿੰਦੇ ਹਨ। ਆਪੇ ਨਿਆਂ ਕਰੇ ਸਭ ਸਾਚਾ, ਸਾਚੇ ਸਾਚ ਮਿਲਾਇਂਦਾ। ਸੱਚੇ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ। ਕਾਇਆ ਕੋਟ ਹੈ ਆਕਾਰਾ, ਆ ਜਿਹੜੀ ਦੇਹ ਹੈ ਕੋਟ ਹੈ, ਇਹਨੂੰ ਸਵਾਰ ਕੇ ਰੱਖੀਏ। ਬਾਹਰੋਂ ਨਹੀਂ, ਕਈ ਵਾਰੀ ਬਾਹਰ ਦਿਸੇ ਚਾਨਣਾ। ਬਾਹਰੋਂ ਚਿੱਟੇ ਕੱਪੜੇ ਹੁੰਦੇ ਹਨ ਕਈ ਵਾਰੀ, ਪਰ ਮਨ ਚਿੱਟਾ ਨਹੀਂ ਹੁੰਦਾ। ਬਾਹਰ ਦਿਸੇ ਚਾਨਣਾ। ਫਰੀਦਾ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ, ਮਨ ਵਿੱਚ ਤਾਂ ਹਨੇਰਾ ਪਿਆ ਹੋਇਆ ਹੈ। ਇਸ ਕਾਇਆ ਦੇ ਅੰਦਰ ਦੀਵਾ ਜਗਾਓ, ਸਤਿਗੁਰੂ ਜੀ ਹੁਕਮ ਕਰਦੇ ਹਨ, ਨਾਮ ਦਾ, ਸਤਨਾਮ ਸ੍ਰੀ ਵਾਹਿਗੁਰੂ। ਦੀਵਾ ਬਲੇ ਅੰਧੇਰਾ ਜਾਏ। ਹਰ ਜੀ ਨੂੰ ਹੁਕਮ ਹੈ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਹੌਲੀ ਹੌਲੀ ਚਾਨਣਾ ਸਾਥ ਦੇਣ ਲੱਗ ਪਵੇਗਾ। ਆ ਦੇਹ ਰੂਪੀ ਕਮਰਾ, ਆ ਜਿਹੜਾ ਕਿਲਾ ਹੈ, ਕੋਟ ਹੈ, ਮਨ ਨੂੰ ਸਮਝ ਲੱਗਣ ਲੱਗ ਪਵੇਗੀ, ਇਹ ਬੋਡੀ, ਇਹ ਦੇਹ, ਇਹ ਅਸਲ ਮੇਰਾ ਮੰਦਰ ਹੈ। ਮਨ ਮੰਦਰ, ਮਹਿ ਮਨੁਆ ਧਾਵੈ। ਮਨ ਭੱਜ ਭੱਜ ਕੇ ਬਾਹਰ ਦੌੜਿਆ ਫਿਰਦਾ ਹੈ, ਇਹਨੂੰ ਸਮਝ ਕੋਈ ਨਹੀਂ, ਝੱਟ ਮੈਲਾ ਹੋ ਜਾਂਦਾ ਹੈ। ਮੈਲੇ ਕਰਮ ਕਰੇ, ਦੁੱਖ ਪਾਏ। ਕਾਇਆ ਨੂੰ ਸਤਿਗੁਰੂ ਜੀ, ਕਾਇਆ ਬੋਡੀ ਨੂੰ ਕਹਿੰਦੇ ਹਨ, ਦੇਹ ਨੂੰ ਕਹਿੰਦੇ ਹਨ, ਤਨ ਨੂੰ ਕਹਿੰਦੇ ਹਨ। ਆ ਜਿਹੜਾ ਮਿੱਟੀ ਦਾ ਪੁਤਲਾ ਹੈ, ਉਸ ਨੂੰ ਫਰਮਾਉਂਦੇ ਹਨ, ਇਹਨੂੰ ਅੰਦਰੋਂ ਸਾਫ਼ ਰੱਖੋ। ਇਹ ਜਿਹੜਾ ਆਕਾਰ ਬਣਿਆ ਹੋਇਆ ਹੈ, ਇਹਦੇ ਵਿੱਚ ਹੀ ਪਰਮਾਤਮਾ ਜੀ, ਵਾਹਿਗੁਰੂ ਜੀ, ਅਕਾਲ ਪੁਰਖ ਜੀ, ਪਰਮੇਸ਼ਰ ਜੀ ਦਾ ਵਾਸਾ ਹੈ। ਘਟ ਘਟ ਮੈਂ ਹਰ ਜੋ ਬਸੈ। ਸਰਗੁਣ ਵੀ ਉਹ ਆਪ ਹਨ, ਨਿਰਗੁਣ ਵੀ ਆਪ ਹਨ, ਅਲਖ ਵੀ ਆਪ ਹਨ, ਅਦ੍ਰਿਸ਼ਟ ਵੀ ਆਪ ਹਨ, ਦ੍ਰਿਸ਼ਟਮਾਨ ਵੀ ਆਪ ਹਨ। ਆ ਪਸਾਰਾ ਜਿਹੜਾ ਪਾਇਆ ਹੋਇਆ ਹੈ ਮਾਇਆ ਦਾ, ਇਹ ਕੁਝ ਸਮੇਂ ਤੱਕ ਹੈ, ਇਹਦੀ ਥੋੜੀ ਲਿਮਟ ਹੈ ਬਸ। ਜਦੋਂ ਟਾਈਮ ਖਤਮ ਹੋ ਗਿਆ, ਇਹ ਮੋਹ ਮਾਇਆ ਸਭ ਪਸਰਿਆ। ਨਾਲ ਚਲੇ ਨਯੰਤੀ ਵਾਰ। ਇਹ ਮੋਹ ਮਾਇਆ ਸਭ ਪਸਰਿਆ, ਖਿਲਰਿਆ ਪਿਆ ਹੈ ਮੋਹ ਮਾਇਆ। ਇਹ ਮੋਹ ਮਾਇਆ ਲਾਈ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜਦੋਂ ਇਹ ਸ੍ਰਿਸ਼ਟੀ ਬਣਾਈ ਹੈ, ਆਪ ਹੀ ਲਾ ਦਿੱਤੀ ਹੈ। ਮਾਇਆ ਮਾਂ ਕਿੰਨੀ ਮਮਤਾ ਕਰਦੀ ਹੈ ਨਿੱਕੇ ਨਿੱਕੇ ਬੱਚਿਆਂ ਨਾਲ।
ਆਪਣੇ ਸਾਰੇ ਸੁੱਖਾਂ ਨੂੰ ਭੁੱਲ ਜਾਂਦੀ ਹੈ, ਪਰ ਬੱਚਿਆਂ ਦਾ ਧਿਆਨ ਰੱਖਦੀ ਹੈ, ਕਿਉਂਕਿ ਵਾਹਿਗੁਰੂ ਨੇ ਵਿੱਚ ਮਮਤਾ ਪਾ ਦਿੱਤੀ ਹੈ। ਮਾਂ ਦੀ ਮਮਤਾ ਡਾਢੀ ਮਮਤਾ ਹੈ। ਦਾਦੀ ਦੀ ਮਮਤਾ, ਮਾਂ ਦੀ ਮਮਤਾ। ਮਾਤਾ ਜੀ, ਮਾਤਾ ਗੁਜਰੀ ਜੀ ਕਿਵੇਂ ਮਮਤਾ ਕਰ ਰਹੇ ਸਨ ਸਾਹਿਬਜ਼ਾਦਾ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਨਾਲ। ਬਾਬਾ ਜੀ ਬਾਬਾ ਜੁਝਾਰ ਸਿੰਘ ਜੀ ਨਾਲ, ਬਾਬਾ ਜੀ ਬਾਬਾ ਜੋਰਾਵਰ ਸਿੰਘ ਜੀ ਨਾਲ, ਬਾਬਾ ਜੀ ਬਾਬਾ ਫਤਿਹ ਸਿੰਘ ਜੀ ਦੇ ਨਾਲ। ਇਹ ਮਮਤਾ ਵਾਹਿਗੁਰੂ ਜੀ ਨੇ ਲਾਈ ਹੈ। ਮਾਇਆ ਮਮਤਾ ਕਰਤੇ ਲਾਈ। ਤਾਈਓ ਤੇ ਮਾਵਾਂ ਬੱਚਿਆਂ ਨਿੱਕਿਆਂ ਨਿੱਕਿਆਂ ਨੂੰ ਸਾਂਭੀ ਚੁੱਕੀ ਫਿਰਦੀਆਂ ਹਨ। ਉਹਨਾਂ ਦੀ ਗੰਦਗੀ ਸਾਫ਼ ਕਰਦੀਆਂ ਹਨ, ਸੋਹਣਾ ਸਵਾਰ ਦਿੰਦੀਆਂ ਹਨ, ਸਜਾ ਦਿੰਦੀਆਂ ਹਨ, ਨਵੇਂ ਕੱਪੜੇ ਪਾ ਦਿੰਦੀਆਂ ਹਨ। ਮਾਂ ਤੋਂ ਬਿਨਾਂ ਕੌਣ ਹੈ ਉਹਨਾਂ ਦਾ, ਕਿਉਂਕਿ ਮਮਤਾ ਵਾਹਿਗੁਰੂ ਜੀ ਨੇ ਵਿੱਚ ਪਾ ਦਿੱਤੀ ਹੈ। ਮਾਇਆ ਮਮਤਾ ਇਹ ਕਿੱਥੋਂ ਆਈ ਹੈ? ਨਾਲ ਹੀ ਸਤਿਗੁਰਾਂ ਨੇ ਲਿਖ ਦਿੱਤਾ ਹੈ ਗੁਰਬਾਣੀ ਦੇ ਵਿੱਚ, ਕਰਤੈ ਲਾਈ। ਇਹ ਕਰਤਾ ਪੁਰਖ ਵਾਹਿਗੁਰੂ ਜੀ ਨੇ ਜਦੋਂ ਦੁਨੀਆ ਬਣਾਈ ਹੈ ਆਪ ਹੀ ਲਾ ਦਿੱਤੀ ਹੈ, ਇਸ ਨੂੰ ਕੋਈ ਛੱਡ ਨਹੀਂ ਸਕਦਾ। ਮੋਹ ਵੀ ਮਾਲਕ ਨੇ ਆਪ ਲਾ ਦਿੱਤਾ ਹੈ, ਲੇਕਿਨ ਮੋਹ ਉਹਨਾਂ ਕਰਨਾ ਹੈ ਜਿਹਦੇ ਨਾਲ ਜਿਵੇਂ ਮੱਖੀ ਸ਼ਹਿਦ ਵੀ ਚੱਟ ਜਾਵੇ ਤੇ ਉੱਡ ਵੀ ਜਾਵੇ। ਇਹਨਾਂ ਬੱਚਿਆਂ ਦਾ ਸੁੱਖ ਵੀ ਬੰਦਾ ਲੈ ਲਵੇ ਤੇ ਉੱਡਣ ਦੀ ਵੀ ਹੋਸ਼ ਰੱਖੇ ਇਹਨਾਂ ਵਿੱਚੋਂ। ਕੁਰਬਾਨ ਕੀਤਾ ਤੇ ਸਹਿ ਵਿਟੋਂ ਜਿਨ ਮੋਹ ਮਿੱਠਾ ਲਾਇਆ। ਜੇ ਮੋਹ ਨਾ ਹੋਵੇ ਤੇ ਕੋਈ ਕਿਸੇ ਨੂੰ ਪੁੱਛੇ ਨਾ, ਲਿਬੜਨਾ ਨਹੀਂ ਇਹਨਾਂ ਦੇ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ ਹਨ, ਤਿਤ ਸਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਮੋਹ ਕੀਆ। ਹੋਸ਼ ਵਿੱਚ ਰਹਿਣਾ ਹੈ, ਸੇਵਾ ਕਰਨੀ ਹੈ ਇਹਨਾਂ ਦੀ, ਪਰ ਇਹਨਾਂ ਦੇ ਵਿੱਚ ਹੀ ਜਿਵੇਂ ਜਿੱਥੇ ਗੁੜ ਬਣਦੇ ਹਨ, ਜਿੱਥੇ ਸ਼ਹਿਦ ਡੁੱਲੇ ਹੋਏ ਹਨ, ਉੱਥੇ ਮੱਖੀਆਂ ਜਿਹੜੀਆਂ ਸ਼ਹਿਦ ਚੱਖ ਕੇ ਨਿਕਲ ਜਾਂਦੀਆਂ ਹਨ, ਉੱਡ ਜਾਂਦੀਆਂ ਹਨ, ਉਹ ਭਲੀਆਂ ਹਨ। ਜਿਹੜੀਆਂ ਲਾਲਚ ਕਰਦੀਆਂ ਹਨ ਉਹ ਉੱਥੇ ਹੀ ਮਰ ਜਾਂਦੀਆਂ ਹਨ। ਉਹੀ ਸਿੱਖਿਆ ਬੰਦੇ ਨੂੰ ਹੈ। ਮਾਇਆ ਮੋਹ ਪਸਰਿਆ ਪਾਸਾਰਾ। ਇਹ ਮਾਇਆ ਦਾ ਮੋਹ ਦਾ ਪਸਾਰਾ ਪਸਰਿਆ ਹੋਇਆ ਹੈ। ਨਾਮ ਜਪਣਾ ਚਾਹੀਦਾ ਹੈ, ਵਾਹਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜ਼ਿੰਦਗੀ, ਕਿਉਂਕਿ ਵਾਹਿਗੁਰੂ ਜੀ ਸੱਚ ਹਨ, ਆਦਿ ਸੱਚ, ਜੁਗਾਦ ਸੱਚ। ਜਿਹੜੇ ਯੁੱਗ ਬੀਤ ਗਏ ਨੇ ਉਦੋਂ ਵੀ ਸੱਚ ਸੀ, ਹੈ ਵੀ ਸੱਚ ਪ੍ਰੈਜ਼ੈਂਟ ਟਾਈਮ ਤੇ ਹੁਣ ਵੀ ਉਹੀ ਉਹ ਸੱਚ ਸਾਰੇ ਸੰਸਾਰ ਦੀ ਸੰਭਾਲ ਕਰ ਰਿਹਾ ਹੈ। ਵਾਹਿਗੁਰੂ ਜੀ ਕਰ ਰਹੇ ਹਨ, ਅਕਾਲ ਪੁਰਖ ਜੀ। ਨਾਨਕ ਹੋਸੀ ਵੀ ਸੱਚ। ਅਸੀਂ ਜਦੋਂ ਨਹੀਂ ਵੀ ਰਵਾਂਗੇ ਤਾਂ ਵੀ ਸੱਚ ਹੀ ਰਹੇਗਾ। ਇਨ ਫਿਊਚਰ, ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਸ਼ਬਦ ਹੈ। ਇਸ ਸ਼ਬਦ ਦੀ ਆਗਿਆ ਮੰਨ ਲੈਣੀ, ਸੱਚ ਨਾਲ ਮਿਲ ਜਾਣਾ ਹੈ। ਤੇ ਜੋ ਗੁਰਬਾਣੀ ਦੀ ਆਗਿਆ ਨਹੀਂ ਮੰਨੀ, ਕਿਉਂਕਿ ਇਹ ਗੁਰਬਾਣੀ ਧੁਰੋਂ ਆਈ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਸਾਰੇ ਸ਼ਬਦ ਸਤਿਗੁਰਾਂ ਨੂੰ, ਸੰਤਾਂ ਭਗਤਾਂ ਨੂੰ ਜੋ ਨਾਮ ਜਪਦੇ ਹਨ, ਪਹਿਲਿਆਂ ਸਮਿਆਂ ਵਿੱਚ ਜਪਦੇ ਸਨ। ਸੰਤ ਭਗਤ ਹਰ ਨਾਮ ਅਰਾਧੈ, ਕੱਟੀਐ ਜਮ ਕੀ ਫਾਸੀ ਰਾਮ। ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਨਾਲ। ਸੰਤ ਭਗਤ
ਹਰ ਨਾਮ ਆਰਾਧੈ ਕਟੀਏ ਜਮ ਕੀ ਫਾਸੀ ਰਾਮ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨਿਰੰਕਾਰ ਜੀ ਦਾ ਨਾਮ ਜਪਿਆ ਇਸ ਸ਼ਬਦ ਦੀ ਸਮਝ ਪੈਂਦੀ ਹੈ, ਗੁਰਬਾਣੀ ਦੀ ਸਮਝ ਪੈਂਦੀ ਹੈ, ਸਹਿਜ ਦੀ ਸਮਝ ਪੈਂਦੀ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਸਹਿਜੇ ਹਰ ਗੁਣ ਗਾਇਂਦਾ ਫਿਰ ਪਿਆਰ ਨਾਲ। ਕਾਲੀ ਕਾਲੀ ਪਾਠ ਨਹੀਂ ਕਰਦਾ, ਕਾਲੀ ਕਾਲੀ ਗੁਰਬਾਣੀ ਨਹੀਂ ਪੜ੍ਹਦਾ, ਛੇਤੀ ਛੇਤੀ ਨਹੀਂ ਕਿ ਮੇਰੇ ਜਲਦੀ ਜਲਦੀ ਪੜ੍ਹੀ ਜਾਵਾਂ, ਜਲਦੀ ਜਲਦੀ ਪੜ੍ਹੀ ਜਾਵਾਂ। ਇਹ ਸੁਭਾਅ ਮਨ ਤੋਂ ਫਿਰ ਟਲ ਜਾਂਦੇ ਹਨ, ਸਾਥ ਛੱਡ ਜਾਂਦੇ ਹਨ। ਇਹੋ ਜਿਹੇ ਸੁਭਾਅ ਫਿਰ ਸੁਭਾਅ ਬਣ ਜਾਂਦੇ ਹਨ। ਸਤਿਗੁਰਾਂ ਦਾ ਹੁਕਮ ਕੀ ਹੈ, ਹੁਕਮ ਮੰਨਣ ਵੱਲ ਇਹ ਮਨ ਫਿਰ ਲੱਗ ਜਾਂਦਾ ਹੈ। ਪੜ੍ਹਨ ਪੜਾਉਣ ਵੱਲ ਫਿਰ ਇਹਨਾਂ ਮਨ ਨਹੀਂ ਰਹਿੰਦਾ। ਹੁਕਮ ਬੋਝ ਸੁਖ ਪਈ ਹੈ ਰੇ। ਫਿਰ ਪੜ੍ਹਦਾ ਉਹਨਾਂ ਹੈ ਜਿਹਦੇ ਨਾਲ ਹੁਕਮ ਦੀ ਸਮਝ ਪੈ ਜਾਵੇ, ਗੁਰਬਾਣੀ ਕੀ ਹੁਕਮ ਪਈ ਕਰਦੀ ਹੈ। ਮਨ ਦਾ ਸੁਭਾਅ ਬਦਲ ਜਾਂਦਾ ਹੈ। ਨਹੀਂ ਤਾਂ ਬਿਨਾਂ ਸ਼ਬਦ ਤੋਂ, ਬਿਨਾਂ ਗੁਰਬਾਣੀ ਦੀ ਸਮਝ ਤੋਂ, ਬਿਨ ਸ਼ਬਦੈ ਆ ਜਿਹੜੀ ਦੇਹ ਹੈ ਕਿੰਨੇ ਕੁ ਦਿਨ ਪਈ ਰਹੇਗੀ। ਭਸਮੈ ਕੀ ਢੇਰੀ, ਇਹ ਭਸਮ ਦੀ ਢੇਰੀ ਹੋ ਜਾਂਦੀ ਹੈ। ਇਹ ਤਨ ਹੋਏਗੋ ਭਸਮ ਕੀ ਢੇਰੀ, ਬਿਨ ਸ਼ਬਦੈ ਭਸਮੈ ਕੀ ਢੇਰੀ। ਖੇਹੂ ਖੇਹਰ ਲਾਇਂਦਾ, ਇੰਨਾ ਸੋਹਣਾ ਸਰੀਰ ਭਸਮ ਦੀ ਢੇਰੀ ਤੇ ਖੇਹ ਵਿੱਚ ਰਲ ਜਾਂਦਾ ਹੈ। ਸਤਿਗੁਰੂ ਜੀ ਹੁਕਮ ਕਰਦੇ ਹਨ, ਇਹ ਦੇਹ ਕਿਲਾ ਹੈ, ਇਹ ਦੇਹ ਮੰਦਰ ਹੈ, ਇਹਦੇ ਵਿੱਚ ਮਨ ਰਹਿੰਦਾ ਹੈ, ਇਹ ਸਾਫ਼ ਸੁਥਰਾ ਚਾਹੀਦਾ ਹੈ, ਇਹ ਸੱਚ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈ, ਤਾਂ ਜਾ ਕੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ, ਪਰਮੇਸ਼ਰ ਜੀ ਨਾਲ ਇਸ ਰੂਹ ਦਾ, ਇਸ ਮਨ ਦਾ ਮਿਲਾਪ ਹੋਵੇਗਾ। ਤਾਂ ਮਾਨਸ ਜਨਮ ਜਿਹੜਾ ਹੈ ਪਿਆਰਿਓ ਸਫਲਾ ਹੋਵੇਗਾ। ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਸਮਝਾਉਂਦੀ ਹੈ, ਸ਼ਬਦ ਰੂਪ ਹੈ। ਸਿੱਖੋ ਸ਼ਬਦ ਪਿਆਰਿਓ, ਇਹਨੂੰ ਸਿੱਖਣਾ ਪੈਂਦਾ ਹੈ। ਨਹੀਂ ਤਾਂ ਕਹਿਨ ਕਹਾਵਨ ਕਉ ਕਈ ਕੇਤੇ, ਕਹਿਣ ਵਾਲੇ ਤੇ ਕਵਾਉਣ ਵਾਲੇ ਬੜੇ ਹਨ। ਕਹਿਨ ਬੋਲਣਾ, ਕਹਾਵਨ ਬੋਲੋ, ਕਈ ਕੇਤੇ, ਕਹਿਣ ਵਾਲੇ ਵੀ ਬਹੁਤ ਹਨ, ਕਹਾਉਣ ਵਾਲੇ ਵੀ ਬਹੁਤ ਹਨ। ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਕਮ ਕਰਦੇ ਹਨ, ਹੁਕਮ ਮੰਨਣ ਵਾਲੇ ਬੜੇ ਘੱਟ ਹਨ, ਪ੍ਰਵਾਨ ਉਹੀ ਹਨ। ਹੁਕਮ ਬੋਝ ਸੁਖ ਪਈ ਹੈ ਰੇ, ਜਿਹੜੇ ਹੁਕਮ ਨੂੰ ਬੁੱਝ ਲੈਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀ ਹੁਕਮ ਕੀਤੇ ਹਨ, ਉਹਨਾਂ ਦੀ ਝੋਲੀ ਵਿੱਚ ਸੁੱਖ ਪੈ ਜਾਂਦਾ ਹੈ। ਇੱਥੇ ਅੱਜ ਸਮਾਪਤੀ ਹੈ। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ
ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਕੁਝ ਸ਼ਬਦਾਂ ਦੀ ਕੀਤੀ ਹੈ। ਗੁਰਬਾਣੀ ਪੜ੍ਹਦਿਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ। ਸਾਧ ਸੰਗਤ ਦਾਸ ਨੂੰ ਖਿਮਾ ਕਰ ਦੇਣਾ। ਮੇਰੇ ਜੁਗੋ ਜੁਗਾ ਟਲ ਸਤਿਗੁਰੂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਮੈਨੂੰ ਬਖਸ਼ ਦੇਣਾ, ਬਖਸ਼ ਦੇਣਾ, ਬਖਸ਼ ਦੇਣਾ। ਸ਼ਬਦ ਦੀ ਸੋਝੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ। ਸਾਰੀ ਦੁਨੀਆ ਦਾ ਭਲਾ ਕਰਨਾ। ਵਾਹਿਗੁਰੂ ਜੀ, ਸਾਰੀ ਦੁਨੀਆ ਤੁਹਾਡੀ ਆਪਣੀ ਬਣਾਈ ਹੋਈ ਹੈ। ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਆਪਣੇ ਨਾਮ ਦੀ ਦਾਤ ਸਾਰਿਆਂ ਨੂੰ ਬਖਸ਼ਿਸ਼ ਕਰਨੀ। ਆ ਜਿਹੜਾ ਮਨ ਮੰਦਰ ਹੈ, ਇਹ ਸਾਰਿਆਂ ਦਾ ਬਾਬਾ ਜੀ ਆਪ ਜੀ ਦੇ ਨਾਮ ਦੇ ਨਾਲ ਭਰਿਆ ਰਵੇ, ਸਾਫ ਸੁਥਰਾ ਅੰਦਰੋਂ ਰਵੇ, ਬਾਹਰੋਂ ਵੀ ਤੇ ਅੰਦਰੋਂ ਵੀ, ਕਿਉਂਕਿ ਆਪ ਜੀ ਦੇ ਹੁਕਮ ਹਨ, ਅੰਦਰੋਂ ਹੀ ਸੱਚ ਭਾਲਿਆ। ਆਪ ਜੀ ਨੂੰ ਜਿੰਨੇ ਵੀ ਭਾਲਿਆ ਹੈ, ਆਪਣੇ ਅੰਦਰੋਂ ਹੀ ਭਾਲਿਆ ਹੈ। ਗੁਰਬਾਣੀ ਸਤਿਗੁਰਾਂ ਦੀ ਫਰਮਾਉਂਦੀ ਹੈ, ਗੁਰਮੁਖ ਢੂੰਡ ਢੂੰਡੇਂਦੀਆਂ, ਹਰ ਸੱਜਣ ਲੱਧਾ ਰਾਮ ਰਾਜੇ। ਕੰਚਨ ਕਾਇਆ ਕੋਟ ਗੜ, ਵਿੱਚ ਹਰ ਹਰ ਸਿੱਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।